ਦੀਨ ਦਿਆਲ ਪਰ ਉਪਕਾਰੀ, ਨੇ ਮਾਣਿਆਂ ਦੇ ਮਾਨ, ਨੇ ਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ। ਐਸੇ ਮਹਾਨ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰਸੰਗ ਹੈ ਯੱਗ ਹੋਮ। ਆਓ ਸ਼ੁਰੂ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਮੇਰੇ ਪ੍ਰੇਮੀ ਹਿੰਦੂ ਭਾਈ, ਆਪ ਦੇ ਮਤ ਵਿੱਚ ਯੱਗ ਔਰ ਹੋਮ ਦੇ ਅਪਾਰ ਮਹਿਮਾ ਹੈ। ਯਜੁਰਵੇਦ ਸਾਰਾ ਯੱਗਾਂ ਦੀ ਮਹਿਮਾ ਔਰ ਵਿਧੀਆਂ ਨਾਲ ਭਰਿਆ ਹੋਇਆ ਹੈ। ਵੇਦਾਂ ਦੇ ਸਮੇਂ ਯੱਗ ਤੋਂ ਵੱਧ ਕੇ ਹੋਰ ਕੋਈ ਉੱਤਮ ਕਰਮ ਨਹੀਂ ਸੀ, ਔਰ ਯੱਗ ਜੀਵਾਂ ਦੀਆਂ ਕੁਰਬਾਨੀਆਂ ਨਾਲ ਹੋਇਆ ਕਰਦੇ ਸਨ। ਔਰ ਲੋਕਾਂ ਦਾ ਇੱਥੋਂ ਤਾਈਂ ਭਰੋਸਾ ਸੀ ਕਿ ਯੱਗ ਦੁਆਰਾ ਹੀ ਇੰਦਰ ਆਦਿਕ ਪਦਵੀਆਂ ਮਿਲਦੀਆਂ ਹਨ। ਹਿੰਦੂਆਂ ਦਾ ਨਿਸ਼ਚਾ ਹੈ ਕਿ ਰਾਖਸ਼ਾਂ ਦਾ ਰਾਜ ਪ੍ਰਤਾਪ ਤਦ ਨਾਸ ਹੋਇਆ ਸੀ ਜਦ ਵਿਸ਼ਨੂੰ ਨੇ ਬੁੱਧ ਅਵਤਾਰ ਧਾਰ ਕੇ ਯੱਗਾਂ ਦੀ ਨਿੰਦਿਆ ਕੀਤੀ ਔਰ ਅਹਿੰਸਾ ਧਰਮ ਦ੍ਰਿੜਾਇਆ। ਪੁਰਾਣਾਂ ਵਿੱਚ ਐਸੇ ਪ੍ਰਸੰਗ ਵੀ ਹਨ ਕਿ ਇੰਦਰ ਨੇ ਲੋਕਾਂ ਨੂੰ ਯੱਗ ਕਰਦੇ ਦੇਖ ਕੇ ਇਸ ਲਈ ਵਿਘਨ ਕੀਤੇ ਕਿ ਮਤੇ ਇਹ ਲੋਕ ਯੱਗ ਪੂਰਨ ਹੋਣ ਕਰਕੇ ਮੇਰੀ ਪਦਵੀ ਨਾ ਲੈ ਲੈਣ। ਇਸ ਪ੍ਰਸੰਗ ਦੀ ਪੁਸ਼ਟੀ ਵਾਸਤੇ ਦੇਖੋ ਸਾਡੇ ਲਾਇਕ ਭਾਈ ਦੀ ਰਚਨਾ ਵੇਦ ਪੜਤਾਲ, ਅਰ ਖਾਸ ਕਰਕੇ ਵੈਦਿਕ ਕੁਰਬਾਨੀਆਂ, ਜਿਸ ਤੋਂ ਆਪ ਪੂਰਨ ਨਿਰਸੰਦੇਹ ਹੋ ਜਾਓਗੇ। ਔਰ ਯੱਗ ਦੁਆਰਾ ਸਭ ਕਾਰਜਾਂ ਦੀ ਸਿੱਧੀ ਆਪ ਦੇ ਧਰਮ ਗ੍ਰੰਥਾਂ ਵਿੱਚ ਮੰਨੀ ਗਈ ਹੈ। ਯਥਾ ਯੱਗ ਸਭ ਫਲਾਂ ਦੇ ਦੇਣ ਵਾਲਾ ਹੈ। ਯੱਗ ਕਰਕੇ ਹੀ ਦੇਵਤੇ ਜਿਉਂਦੇ ਹਨ। ਜੋ ਪਸ਼ੂ ਯੱਗ ਵਿੱਚ ਮਾਰਿਆ ਜਾਂਦਾ ਹੈ, ਉਹ ਮਾਰਨ ਵਾਲੇ ਸਮੇਤ ਸਵਰਗ ਨੂੰ ਪ੍ਰਾਪਤ ਹੁੰਦਾ ਹੈ। ਵਿਸ਼ਨੂੰ ਸਮ੍ਰਿਤੀ ਅਧਿਆਇ 51। ਬ੍ਰਹਮਾ ਜੀ ਨੇ ਪਸ਼ੂ ਯੱਗ ਵਾਸਤੇ ਹੀ ਬਣਾਏ ਹਨ। ਯੱਗ ਵਿੱਚ ਪਸ਼ੂ ਮਾਰਨ ਕਰਕੇ ਸਾਰੇ ਸੰਸਾਰ ਦਾ ਭਲਾ ਹੁੰਦਾ ਹੈ। ਇਸ ਲਈ ਹਿੰਸਾ ਦਾ ਕੋਈ ਦੋਸ਼ ਨਹੀਂ। ਯੱਗ ਵਾਸਤੇ ਧਾਨ, ਜੌਂ, ਦਰਖਤ, ਪਸ਼ੂ, ਪੰਛੀ ਔਰ ਕੱਛੂ ਆਦਿਕ ਜੋ ਨਾਸ਼ ਹੁੰਦੇ ਹਨ, ਉਹ ਸਭ ਉੱਤਮ ਯੋਨੀਆਂ ਨੂੰ ਪ੍ਰਾਪਤ ਹੁੰਦੇ ਹਨ। ਜੋ ਯੱਗ ਔਰ ਸ਼ਰਾਧ ਵਿੱਚ ਬਲੀਦਾਨ ਕੀਤੇ ਹੋਏ ਮਾਸ ਨੂੰ ਨਹੀਂ ਖਾਂਦਾ, ਉਹ ਮਰ ਕੇ 21 ਜਨਮ ਤਾਈਂ ਸੂਰ ਬਣਦਾ ਹੈ। ਮਨੂ ਸਮ੍ਰਿਤੀ ਅਧਿਆਇ 5 ਸ਼ਲੋਕ 35, 39 ਤੇ 40। ਹਿੰਦੂ ਮਤ ਦੇ ਯੱਗ ਪਰ ਉਪਕਾਰ ਨੂੰ ਮੁੱਖ ਰੱਖ ਕੇ ਨਹੀਂ ਹੋਇਆ ਕਰਦੇ ਸੀ, ਬਲਕਿ ਉਹਨਾਂ ਵਿੱਚ ਬੜੀ ਸਵਾਰਥਪੂਰਤਾ ਸੀ। ਯਥਾ ਬ੍ਰਾਹਮਣ ਨੂੰ ਜਿਸ ਯੱਗ ਵਿੱਚ ਥੋੜੀ ਦਛਨਾ ਮਿਲੇ, ਉਹ ਨਾ ਕਰੇ। ਮਨੂ ਸਮ੍ਰਿਤੀ ਅਧਿਆਇ 11 ਸ਼ਲੋਕ 39। ਥੋੜੀ ਦਕਸ਼ਨਾ ਵਾਲੇ ਯੱਗ ਨੇਤਰ ਆਦਿਕ ਇੰਦਰੀਆਂ, ਯਸ, ਸਵਰਗ, ਉਮਰ, ਮਰੇ ਹੋਏ ਦੇ ਕੀਰਤੀ, ਔਲਾਦ ਔਰ ਪਸ਼ੂ ਆਦਿਕਾਂ ਨੂੰ ਨਾਸ ਕਰ ਦਿੰਦੇ ਹਨ। ਇਸ ਲਈ ਥੋੜੀ ਦਖਨਾ ਵਾਲਾ ਯੱਗ ਨਾ ਕਰੇ। ਮਨੂ ਸਮ੍ਰਿਤੀ ਅਧਿਆਇ 11 ਸ਼ਲੋਕ 40। ਹੈ ਕਿਰਪਾ ਦੇ ਸਮੁੰਦਰ ਮਨੂ ਜੀ, ਬਹੁਤੀ ਦਖਨਾ ਵਾਲੇ ਯੱਗ ਕਰਕੇ ਹੋਏ ਹਿੰਦੁਸਤਾਨੀ ਸਭ ਕੁਝ ਖੋ ਕੇ ਦਰਿਦਰੀ ਔਰ ਨਿਰਧਨ ਹੋ ਗਏ ਹਨ। ਸਾਨੂੰ ਆਪ ਦੇ ਅਦਭੁਤ ਉਪਦੇਸ਼ ਦਾ ਕੁਝ ਵੀ ਪਤਾ ਨਹੀਂ ਲੱਗਦਾ। ਹੁਣ ਹੋਮ ਦੀ ਮਹਿਮਾ ਸੁਣੋ। ਅੱਗ ਵਿੱਚ ਜੋ ਆਹੂਤੀ ਪਾਈ ਜਾਂਦੀ ਹੈ, ਉਹ ਸੂਰਜ ਨੂੰ ਪਹੁੰਚਦੀ ਹੈ, ਔਰ ਉਸ ਆਹੂਤੀ ਦਾ ਰਸ ਸੂਰਜ ਵਿੱਚੋਂ ਬਰਖਾ ਹੋ ਕੇ ਟਪਕਦਾ ਹੈ, ਜਿਸ ਤੋਂ ਅੰਨ ਪੈਦਾ ਹੁੰਦੇ ਹਨ ਔਰ ਪ੍ਰਜਾ ਵੱਧਦੀ ਹੈ। ਮਨੂ ਸਮ੍ਰਿਤੀ ਅਧਿਆਇ 3 ਸ਼ਲੋਕ 76।
ਵੇਦਾਂ ਦੀ ਵੱਡੀ ਤਾਲੀਮ ਹੋਮ ਹੈ। ਜ਼ਮਾਨੇ ਦੇ ਚਾਲ ਨੂੰ ਵੇਖ ਕੇ ਅਰਥਾਂ ਨੂੰ ਉਲਟਾਉਣ ਵਾਲੇ ਸਾਧੂ ਦਇਆਨੰਦ ਜੀ ਆਪਣੀ ਬੁੱਧੀ ਦੇ ਬਲ ਨਾਲ ਵੇਦਾਂ ਵਿੱਚੋਂ ਹੋਮ ਨੂੰ ਨਹੀਂ ਕੱਢ ਸਕੇ। ਔਰ ਮਸਲਾ ਇਹ ਘੜਿਆ ਕਿ ਹੋਮ ਨਾਲ ਹਵਾ ਸਾਫ਼ ਹੁੰਦੀ ਹੈ। ਇਸ ਵਿੱਚ ਸੰਸਾ ਨਹੀਂ ਕਿ ਜੇ ਗੁੱਗਲ, ਮੁਸ਼ਕ, ਕਾਫੂਰ ਔਰ ਚੰਦਨ ਜਿਹੇ ਪਦਾਰਥ ਜਲਾਏ ਜਾਣ ਤਾਂ ਜ਼ਰੂਰ ਹਵਾ ਸਾਫ਼ ਹੁੰਦੀ ਹੈ। ਪਰ ਹਿੰਦੂ ਮਤ ਵਿੱਚ ਜੋ ਹਵਨ ਦੀ ਸਾਮੱਗਰੀ ਦੱਸੀ ਹੈ ਉਸ ਨਾਲ ਨਹੀਂ। ਗੁੱਗਲ ਆਦਿਕ ਦਾ ਜਲਾਉਣਾ ਤਦ ਠੀਕ ਹੈ ਜੇ ਘਰ ਦੇ ਸਾਰੇ ਕਮਰਿਆਂ ਵਿੱਚ ਧੂਪ ਦਿੱਤੀ ਜਾਵੇ, ਨਾ ਕਿ ਨਦੀ ਦੇ ਕਿਨਾਰੇ ਲੱਕੜਾਂ ਫੂਕ ਕੇ ਔਰ ਧੂਏ ਨਾਲ ਅੱਖਾਂ ਦਾ ਸਤਿਆਨਾਸ਼ ਕਰਕੇ। ਸਾਧੂ ਦਇਆਨੰਦ ਜੀ ਦੇ ਹੋਮ ਵਿਸ਼ੇ ਬਾਬਤ ਮਨੋਹਰ ਬਚਨ ਸੁਣੋ। ਜੰਗਲ ਵਿੱਚ ਨਦੀ ਦੇ ਕਿਨਾਰੇ ਸਵੇਰੇ ਔਰ ਆਥਣੇ ਇੱਕ ਬਰਤਨ ਵਿੱਚ ਜੋ 16 ਉਂਗਲ ਚੌੜਾ ਔਰ ਇਤਨਾ ਹੀ ਡੂੰਘਾ ਹੋਵੇ ਲੱਕੜਾਂ ਬਾਲ ਕੇ ਹਵਨ ਕਰੇ, ਮੰਤਰ ਪੜ੍ਹ ਕੇ ਆਹੂਤੀਆਂ ਦੇਵੇ। ਹਵਨ ਕਰਕੇ ਪਵਨ ਸ਼ੁੱਧ ਹੁੰਦੀ ਹੈ। ਹੋਮ ਨਾ ਕਰਨ ਕਰਕੇ ਇਸ ਲਈ ਪਾਪ ਹੁੰਦਾ ਹੈ ਕਿ ਪੁਰਸ਼ ਤੋਂ ਦੁਰਗੰਧ ਪੈਦਾ ਹੋ ਕੇ ਹਵਾ ਅਸ਼ੁੱਧ ਹੁੰਦੀ ਹੈ, ਜਿਸ ਤੋਂ ਬਿਮਾਰੀਆਂ ਫੈਲਦੀਆਂ ਹਨ। ਜੇ ਪੁਰਾਣੇ ਸਮੇਂ ਦੀ ਤਰ੍ਹਾਂ ਹੁਣ ਹੋਮ ਹੋਵੇ ਤਾਂ ਹਿੰਦੁਸਤਾਨ ਦੇ ਸਾਰੇ ਰੋਗ ਚਲੇ ਜਾਣ। ਖਾਣ ਨਾਲੋਂ ਹੋਮ ਵਿੱਚ ਘੀ ਜ਼ਿਆਦਾ ਵਰਤਣਾ ਚਾਹੀਏ। ਹਰੇਕ ਆਦਮੀ ਘੱਟ ਤੋਂ ਘੱਟ 6-6 ਮਾਸੇ ਘੀ ਦੀਆਂ 16 ਆਹੂਤੀਆਂ ਨਿਤ ਦੇਵੇ। ਸਤਿਆਰਥ ਪ੍ਰਕਾਸ਼ ਅਧਿਆਇ 3। ਹੁਣ ਆਪ ਇਸ ਪਰ ਵਿਚਾਰ ਕਰੋ ਕਿ ਜੇ ਹਵਾ ਸ਼ੁੱਧ ਕਰਨੀ ਹੈ ਤਾਂ ਹਵਨ ਘਰ ਵਿੱਚ ਕਿਉਂ ਨਹੀਂ ਕੀਤਾ ਜਾਂਦਾ? ਜੰਗਲ ਦੀ ਹਵਾ ਤਾਂ ਪਹਿਲਾਂ ਹੀ ਸਾਫ਼ ਹੈ, ਔਰ ਹਵਨ ਪਾਤਰ ਦੇ ਖਾਸ ਮਾਪ ਦੀ ਕੀ ਲੋੜ ਹੈ? ਔਰ ਕਿਆ ਮੰਤਰਾਂ ਨਾਲ ਹਵਾ ਪਰ ਜ਼ਿਆਦਾ ਅਸਰ ਹੁੰਦਾ ਹੈ ਔਰ ਬਿਨਾਂ ਮੰਤਰਾਂ ਹਵਾ ਘੱਟ ਸਾਫ਼ ਹੁੰਦੀ ਹੈ? ਜਿਨ੍ਹਾਂ ਦੇਸ਼ਾਂ ਵਿੱਚ ਹੋਮ ਨਹੀਂ ਹੁੰਦਾ ਉਹਨਾਂ ਨਾਲ ਹੋਮੀਆਂ ਦੀ ਸਿਹਤ ਦਾ ਮੁਕਾਬਲਾ ਕਰਕੇ ਦੇਖੋ, ਜਿਸ ਤੋਂ ਇਸ ਅਨੋਖੇ ਮੰਤਕ ਦੀ ਆਪ ਨੂੰ ਕਦਰ ਮਾਲੂਮ ਹੋਵੇ। ਜੇ ਘਰ ਦਾ ਇੱਕ ਆਦਮੀ ਉਗਣ ਔਰ ਆਥਣ 8-8 ਪੈਸਾ ਭਰ ਘੀ ਫੂਕੇ ਤਾਂ ਟੱਬਰ ਦੇ 10 ਆਦਮੀਆਂ ਨੂੰ 160 ਤੋਲੇ ਘੀ ਨਿਤ ਹਵਨ ਵਾਸਤੇ ਲੋੜੀਏ। ਔਰ ਖਾਣ ਲਈ ਇਸ ਤੋਂ ਵੱਖਰਾ ਰਿਹਾ। ਪੰਡਤ ਦਇਆਨੰਦ ਜੀ ਨੇ ਹੋਮ ਵਿਧੀ ਨਾਲ ਜੋ ਹਿੰਦੁਸਤਾਨ ਦਾ ਭਲਾ ਸੋਚਿਆ ਹੈ, ਸਾਥੋਂ ਇਸ ਦੀ 1000 ਰਸਨਾ ਕਰਕੇ ਵੀ ਵਡਿਆਈ ਨਹੀਂ ਕੀਤੀ ਜਾਂਦੀ, ਖਾਸ ਕਰਕੇ ਵਰਤਮਾਨ ਕਾਲ ਵਿਖੇ ਜਦ ਕਿ ਘੀ 8 ਛਟਾਂਕ ਵੀ ਨਹੀਂ ਮਿਲਦਾ। ਯੱਗ ਔਰ ਹੋਮ ਬਾਬਤ ਸਿੱਖ ਧਰਮ ਵਿੱਚ ਸਤਿਗੁਰਾਂ ਦੀ ਇਹ ਆਗਿਆ ਹੈ, ਹੋਮ ਜਗ ਤੀਰਥ ਕੀਏ, ਵਿੱਚ ਹਉਮੈ ਵਧੇ ਬੇਕਾਰ, ਨਰਕ ਸੁਰਗ ਦੋਏ ਭੁੰਚਨਾ ਹੋਏ, ਬਾਹੁਰ ਬਾਹੁਰ ਅਵਤਾਰ, ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਕਹੈ ਸੁਨ ਰੇ ਮਨਾ, ਕਰ ਕੀਰਤਨ ਹੋਏ ਉਦਾਰ। ਗੌੜੀ ਮਹੱਲਾ 5 ਅੰਗ 214। ਹੋਮ ਜਗ ਜਪ ਤਪ ਸੰਜਮ, ਹੋਮ ਜਗ ਜਪ ਤਪ ਸਭ ਸੰਜਮ, ਤਟ ਤੀਰਥ ਨਹੀਂ ਪਾਇਆ, ਮਿਟਿਆ ਆਪ ਭਏ ਸਰਣਾਈ, ਗੁਰਮੁਖ ਨਾਨਕ ਜਗਤ ਤਰਾਇਆ। ਭੈਰੋ ਮਹੱਲਾ 5 ਅੰਗ 1139। ਵਾਰਾਂ ਤੇ ਵਧੇਕ ਵਿੱਚ ਅੰਕਿਤ ਹੈ। ਹੋਮ ਜਗ ਸਭ ਤੀਰਥਾ, ਪੜ ਪੰਡਤ ਥੱਕੇ ਪੁਰਾਨ, ਬਿਖ ਮਾਇਆ ਮੋਹ ਨਾ ਮਿਟਈ, ਵਿੱਚ ਹਉਮੈ ਆਵਣ ਜਾਣ। ਸਤਿਗੁਰ ਮਿਲਿਆ ਮਲ ਉਤਰੀ, ਹਰ ਜਪਿਆ ਪੁਰਖ ਸੁਜਾਨ, ਜਿਨ ਹਰ ਹਰ ਪ੍ਰਭ ਸੇਵਿਆ, ਜਨ ਨਾਨਕ ਸਦ ਕੁਰਬਾਨ।
ਵਾਰਾਂ ਤੇ ਵਧੀਕ ਮਹੱਲਾ ਤੀਜਾ ਅੰਗ 1417। ਭਾਈ ਗੁਰਦਾਸ ਜੀ ਨੇ ਆਪਣੀ 7ਵੀਂ ਵਾਰ ਵਿੱਚ ਲਿਖਿਆ ਹੈ, ਜਗ ਭੋਗ ਨਹੀਂ ਵੇਦ ਲਖ, ਗੁਰਮੁਖ ਮੁਖ ਇੱਕ ਦਾਣਾ ਪਾਇਆ। ਆਪਣੀ 28ਵੀਂ ਵਾਰ ਵਿੱਚ ਭਾਈ ਗੁਰਦਾਸ ਜੀ ਲਿਖਦੇ ਹਨ, ਲੱਖ ਜਪ ਤਪ ਲੱਖ ਸੰਜਮਾ ਹੋਮ ਜਗ ਲੱਖ ਵਰਤ ਕਰਨ ਦੇ, ਹੋਮ ਜਗ ਲੱਖ ਵਰਤ ਕਰਨ ਦੇ। ਲੱਖ ਜਪ ਤਪ ਲੱਖ ਸੰਜਮਾ ਹੋਮ ਜਗ ਲੱਖ ਵਰਤ ਕਰਨ ਦੇ। ਗੁਰ ਸਿੱਖੀ ਸੁਖ ਤਿਲ ਨਾਲ ਹੰਦੇ, ਤਿਲ ਨਾਲ ਹੰਦੇ, ਤਿਲ ਨਾਲ ਹੰਦੇ। ਹੋਮ ਜਗ ਤਪ ਘਣੇ, ਕਰ ਕਰ ਕਰਮ ਧਰਮ ਦੁਖ ਰੋਈ। ਵਾਸਨਾ ਆਵੇ ਧਾਮ ਦਾ, ਅਨਖੰਡ ਪਾਖੰਡ ਵਿਗੋਈ। ਵਾਰ 29 ਭਾਈ ਗੁਰਦਾਸ ਜੀ। ਖੰਡ ਤੋਂ ਭਾਵ ਵਰਨ ਆਸ਼ਰਮਾਂ ਦਾ ਹਿੰਦੂ ਮਤ ਅਨੁਸਾਰ ਕਰਮ। ਜਗ ਹੋਮ ਕਾਲਜੁਗ ਕੇ ਇਹ ਹੈਨ ਕੇ, ਗੁਰ ਭਾਈਆਂ ਸਿੱਖਾਂ ਕੋ ਅੰਮ੍ਰਿਤ ਪ੍ਰਸ਼ਾਦ ਖੁਲਾਵਣਾ, ਅਰ ਆਪ ਕੋ ਨੀਚ ਸਦਾਵਣਾ। ਭਾਈ ਮਣੀ ਸਿੰਘ ਜੀ, ਗਿਆਨ ਰਤਨਾਵਲੀ। ਧਰਮ ਦੀ ਕਮਾਈ ਦਾ ਸਵੱਛਤਾ ਨਾਲ ਬਣਾਇਆ ਹੋਇਆ ਉੱਤਮ ਭੋਜਨ। ਦੇਖੋ ਇਸੇ ਵਿਸ਼ੇ ਪਰ ਇਤਿਹਾਸਕ ਪ੍ਰਸੰਗ। ਪੈੜਾ ਚੰਡਾਲੀਆ ਤੇ ਜੇਠਾ ਸੇਠੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਰਨ ਗਏ। ਜੋ ਤੁਹਾਡੇ ਬਚਨ ਕਰਕੇ ਅਸੀਂ ਕਿਰਤ ਕਰਕੇ ਪ੍ਰਸ਼ਾਦ ਸਿੱਖਾਂ ਨਾਲ ਵਰਤਾਏ ਛਕਦੇ ਹਾਂ, ਪਰ ਅਸਾਂ ਨੂੰ ਬ੍ਰਾਹਮਣ ਕਹਿੰਦੇ ਹਨ। ਜੋ ਪਹਿਲੇ ਚੱਕੀ ਪੀਸਣ ਵਿੱਚ ਜੀ ਹਿੰਸਾ ਹੁੰਦੀ ਹੈ ਤੇ ਬਹੁੜੋ ਵਿੱਚ ਉਖਲੀ ਦੇ ਕੁੱਟਣ ਕਰਕੇ, ਚੁੱਲ੍ਹੇ ਦੇ ਥਪਾਣ ਕਰਕੇ, ਝਾੜੂ ਫੇਰਨ ਕਰਕੇ ਔਰ ਆਟੇ ਦੇ ਛਾਨਣ ਕਰਕੇ ਜਿਉ ਹਿੰਸਾ ਹੁੰਦੀ ਹੈ। ਅੱਗੋਂ ਦੇ ਅਸੀਂ ਦੇਵਤਿਆਂ ਨਿਮਿਤ ਹੋਮ ਆਹੂਤੀ ਅਗਨੀ ਵਿੱਚ ਡਾਲਦੇ ਹਾਂ, ਪਿੱਛੋਂ ਪ੍ਰਸ਼ਾਦ ਖਾਂਦੇ ਹਾਂ, ਤੇ ਤੁਸੀਂ ਆਹੂਤੀਆਂ ਨਹੀਂ ਕਰਦੇ। ਤੁਹਾਡਾ ਪ੍ਰਸ਼ਾਦ ਕਿਉਂ ਕਰ ਪਵਿੱਤਰ ਹੁੰਦਾ ਹੈ? ਗੁਰੂ ਅਰਜਨ ਸਾਹਿਬ ਦਾ ਬਚਨ ਹੋਇਆ, ਤੁਸੀਂ ਪ੍ਰਥਮੇ ਗਰੀਬਾਂ ਸਿੱਖਾਂ ਨੂੰ ਪ੍ਰਸ਼ਾਦ ਛਕਾਵੋਗੇ ਤੇ ਆਪ ਵੀ ਅਰਦਾਸ ਕਰਕੇ ਵਾਹਿਗੁਰੂ ਕਾ ਨਾਮ ਲੈ ਕੇ ਮੁਖ ਪਾਵੋਗੇ, ਤਾਂ ਵਾਹਿਗੁਰੂ ਤੁਹਾਡੇ ਪਰ ਪ੍ਰਸੰਨ ਹੋਵੇਗਾ ਤੇ ਸਭ ਵਿਘਨ ਨਾਸ ਹੁੰਦੇ ਹਨ। ਭਾਈ ਮਣੀ ਸਿੰਘ ਜੀ, ਭਗਤ ਰਤਨਾਵਲੀ। ਹੁਣ ਅਗਲਾ ਪ੍ਰਸੰਗ ਹੈ ਸੰਸਕਾਰ ਔਰ ਚਿੰਨ੍ਹ। ਪਿਆਰੇ ਹਿੰਦੂ ਭਾਈ ਸਾਹਿਬ, ਉੱਪਰ 13 ਅੰਗਾਂ ਵਿੱਚ ਕਹੇ ਹੋਏ ਧਾਰਮਿਕ ਨਿਯਮਾਂ ਤੋਂ ਭਿੰਨ ਆਪ ਦੇ ਔਰ ਸਾਡੇ ਸੰਸਕਾਰ ਆਪਸ ਵਿੱਚ ਦਿਨ ਰਾਤ ਦਾ ਭੇਦ ਰੱਖਦੇ ਹਨ, ਔਰ ਸਿੱਖ ਧਰਮ ਦੇ ਚਿੰਨ੍ਹ ਆਪ ਨਾਲੋਂ ਜੁਦੇ ਹੀ ਨਹੀਂ ਸਗੋਂ ਵਿਰੋਧ ਹਨ। ਔਰ ਅਸੀਂ ਆਪਣੇ 4 ਸੰਸਕਾਰ ਅਰਥਾਤ ਜਨਮ, ਅੰਮ੍ਰਿਤ, ਆਨੰਦ, ਚਲਾਣਾ ਗੁਰ ਮਰਿਆਦਾ ਅਨੁਸਾਰ ਕਰਦੇ ਹਾਂ, ਜਿਸ ਵਿੱਚ ਹਿੰਦੂ ਮਤ ਦਾ ਜਰਾ ਵੀ ਦਖਲ ਨਹੀਂ। ਹੁਣ ਆਪ ਇਹਨਾਂ ਸਭਨਾਂ ਬਾਤਾਂ ਪਰ ਵਿਚਾਰ ਕਰਕੇ ਦੇਖ ਸਕਦੇ ਹੋ ਕਿ ਸਾਡਾ ਹਮ ਹਿੰਦੂ ਨਹੀਂ ਕਹਿਣਾ ਠੀਕ ਹੈ ਜਾਂ ਨਹੀਂ। ਹਿੰਦੂ ਦਾ ਸਵਾਲ, ਤੁਸੀਂ ਆਪਣੇ ਸੰਸਕਾਰ ਧਿੰਗੋ ਜੋਰੀ ਅਲੱਗ ਬਣਾ ਲਏ ਹਨ। ਗੁਰੂ ਸਾਹਿਬ ਦਾ ਕਿਤੇ ਹੁਕਮ ਨਹੀਂ ਕਿ ਸਿੱਖ ਹਿੰਦੂ ਸ਼ਾਸਤਰਾਂ ਅਨੁਸਾਰ ਸੰਸਕਾਰ ਨਾ ਕਰਨ ਔਰ ਆਪਣੀ ਵੱਖਰੀ ਗੁਰਮਰਿਆਦਾ ਥਾਪ ਲੈਣ। ਔਰ ਜੋ ਤੁਸੀਂ ਵਿਆਹ ਪਰ ਸ਼ੰਤ, ਘੋੜੀਆਂ, ਲਾਵਾਂ ਆਦਿਕ ਪੜ੍ਹਦੇ ਹੋ, ਉਹਨਾਂ ਵਿੱਚ ਕੇਵਲ ਪਰਮਾਰਥ ਦੀਆਂ ਗੱਲਾਂ ਹਨ, ਉਹ ਵਿਵਹਾਰਕ ਵਾਸਤੇ ਨਹੀਂ। ਸਿੱਖ ਦਾ ਜਵਾਬ, ਇਹ ਆਪ ਦਾ ਅਗਿਆਨ ਹੈ। ਸਿੱਖ ਜੋ ਕੁਝ ਕਰਦੇ ਹਨ ਸੋ ਸਤਿਗੁਰਾਂ ਦੇ ਹੁਕਮ ਅਨੁਸਾਰ ਕਰਦੇ ਹਨ। ਮਨ ਉਕਤ
ਜਰਾ ਵੀ ਨਹੀਂ ਕਰਦੇ। ਅਸੀਂ ਆਪ ਨੂੰ ਚਾਰੇ ਸੰਸਕਾਰਾਂ ਬਾਬਤ ਸਤਿਗੁਰਾਂ ਦਾ ਹੁਕਮ ਦਿਖਾਉਂਦੇ ਹਾਂ। ਪਹਿਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਪੋਤੇ ਦੇ ਜਨਮ ਪਰ ਆਨੰਦ ਬਾਣੀ ਉਚਾਰਨ ਕੀਤੀ ਔਰ ਸਿੱਖਾਂ ਨੂੰ ਹੁਕਮ ਦਿੱਤਾ ਕਿ ਸੰਤਾਨ ਦੇ ਜਨਮ ਵੇਲੇ ਇਸ ਬਾਣੀ ਦਾ ਪਾਠ ਹੋਵੇ, ਜਿਸ ਦੇ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਪਰ ਗੁਰੂ ਅਰਜਨ ਸਾਹਿਬ ਨੇ ਗੁਰਮਰਿਆਦਾ ਕੀਤੀ, ਜੋ ਇਸ ਸ਼ਬਦ ਤੋਂ ਸਿੱਧ ਹੈ। ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੂਗ ਮਹਾ ਆਨੰਦ ਥਿਆ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਵਦੀ ਵੇਲ ਬਹੋ ਪੀੜੀ ਚਾਲੇ, ਧਰਮ ਕਲਾ ਹਰ ਬੰਦ ਬਹਾਲੇ। ਆਸਾ ਮਹੱਲਾ ਪੰਜਵਾਂ, ਅੰਗ 396। ਔਰ ਆਪ ਦੇ ਮਤ ਵਿੱਚ ਜੋ ਸ਼ੁੱਧੀ ਲਈ ਗੋਮੂਤਰ ਔਰ ਪੰਚ ਗਵਿਆ ਦਿੱਤਾ ਜਾਂਦਾ ਹੈ, ਉਸ ਦਾ ਸਨਮਾਨ ਇਤਨੇ ਤੋਂ ਹੀ ਦੇਖ ਸਕਦੇ ਹੋ ਕਿ ਜਿਸ ਲੰਗਰ ਵਿੱਚ ਗੋਹੇ ਦਾ ਚੌਂਕਾ ਦਿੱਤਾ ਜਾਵੇ, ਉੱਥੇ ਮਹਾਂਪ੍ਰਸ਼ਾਦ ਭਾਵ ਕੜਾਹ ਪ੍ਰਸ਼ਾਦ ਤਿਆਰ ਨਹੀਂ ਕੀਤਾ ਜਾਂਦਾ। ਭਾਈ ਗੁਰਦਾਸ ਜੀ ਨੇ ਕੜਾਹ ਪ੍ਰਸ਼ਾਦ ਦਾ ਨਾਮ ਮਹਾਂਪ੍ਰਸ਼ਾਦ ਲਿਖਿਆ ਹੈ। ਦੇਖੋ ਵਾਰ 20ਵੀਂ ਪੌੜੀ 10ਵੀਂ। ਔਰ ਇਹ ਰੀਤ ਅੱਜ ਦੀ ਨਹੀਂ, ਸਤਿਗੁਰਾਂ ਦੇ ਵੇਲੇ ਤੋਂ ਚੱਲੀ ਆਈ ਹੈ। ਇਸ ਦੀ ਪੁਸ਼ਟੀ ਲਈ ਦੇਖੋ 8 ਅੰਕ ਪਰ ਪ੍ਰਮਾਣ। ਦੂਜੇ, ਪਹਿਲੇ 9 ਸਤਿਗੁਰਾਂ ਦੇ ਵੇਲੇ ਚਰਨਾਮ੍ਰਿਤ ਦਿੱਤਾ ਜਾਂਦਾ ਸੀ, ਜੋ ਆਪ ਦੇ ਜਨੇਊ ਪਾਉਣ ਦੇ ਸੰਸਕਾਰ ਦੇ ਮੁਕਾਬਲੇ ਵਿੱਚ ਹੈ। ਇਹ ਸੰਸਕਾਰ ਆਪ ਦੇ ਮਤ ਤੋਂ ਇਸ ਵਾਸਤੇ ਵਿਰੁੱਧ ਹੈ ਕਿ ਚਾਰੇ ਵਰਨ ਇਕੱਠੇ ਸਤਿਗੁਰਾਂ ਦਾ ਚਰਨਾਮ੍ਰਿਤ ਪੀਂਦੇ ਸੇ, ਜਿਸ ਪਰ ਭਾਈ ਗੁਰਦਾਸ ਜੀ ਦਾ ਬਚਨ ਹੈ, ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਵਾਰ ਪਹਿਲੀ, ਭਾਈ ਗੁਰਦਾਸ ਜੀ। ਅਸੀਂ ਸਤਿਗੁਰਾਂ ਦੀ ਕੋਈ ਜਾਤੀ ਨਹੀਂ ਮੰਨਦੇ, ਪਰ ਆਪ ਦੇ ਖਿਆਲ ਅਨੁਸਾਰ ਗੁਰੂ ਸਾਹਿਬ ਛਤਰੀ ਸੇ। ਛਤਰੀ ਦਾ ਚਰਨਾਮ੍ਰਿਤ ਆਪ ਦੇ ਧਰਮ ਸ਼ਾਸਤਰਾਂ ਅਨੁਸਾਰ ਬ੍ਰਾਹਮਣ ਕਦੇ ਵੀ ਨਹੀਂ ਪੀ ਸਕਦਾ, ਔਰ ਚਰਨਾਮ੍ਰਿਤ ਦਾ ਪਹਿਲਾਂ ਪਵਿੱਤਰ ਕਰਨਾ ਹੀ ਇਸ ਲਈ ਸੀ ਕਿ ਜਾਤੀ ਅਭਿਮਾਨ ਦੀ ਜੜ ਪੁੱਟ ਦਿੱਤੀ ਜਾਵੇ। ਫਿਰ ਇਸੇ ਚਰਨਾਮ੍ਰਿਤ ਸੰਸਕਾਰ ਨੂੰ 10ਵੇਂ ਪਾਤਸ਼ਾਹ ਨੇ ਖੰਡੇ ਦੇ ਅੰਮ੍ਰਿਤ ਵਿੱਚ ਬਦਲ ਦਿੱਤਾ, ਔਰ ਅੰਮ੍ਰਿਤ ਛਕਾਉਣ ਵੇਲੇ ਜੋ ਕਲਗੀਧਰ ਪਿਤਾ ਨੇ ਉਪਦੇਸ਼ ਦਿੱਤਾ ਹੈ, ਉਸ ਤੋਂ ਸਾਫ਼ ਪਾਇਆ ਜਾਂਦਾ ਹੈ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ। ਸੋ ਗੁਰੂ ਪਿਆਰੇ, ਗੁਰੂ ਸਵਾਰੀ, ਸਾਧ ਸੰਗਤ ਜੀ, ਇਹ ਪ੍ਰਸੰਗ ਅੱਜ ਆਪਾਂ ਇੱਥੇ ਹੀ ਸੰਕੋਚਦੇ ਹਾਂ। ਕੱਲ ਮੁੜ ਫਿਰ ਸ਼ੁਰੂ ਕਰਾਂਗੇ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।